सच्चे पातशाह धन श्री गुरु ग्रंथ साहब जी ने आज्ञा 93 ते सुभाईमान सच्चे पातशाह की पावन पवित्र बाणी नूं समझण दा यतन करिए। श्री राग बाणी भगत बेणी जीव की पहरिया कै घर गावना एक ओंकार सतगुर प्रसाद। हाँ जी, अज आपां भगत बेणी भगत बेणी जी की बाणी नूं समझण दा यतन करिए, क्योंकि बाणी सारे भगतां दी गुरु ग्रंथ साहब च वो एक रब नाल जोड़दी है, दूजी किसी नाल नहीं जोड़दी। हाँ जी, रे नर गर्भ कुंडल जब आशित उर्द ध्यान लिव लागा। भगत बैणी कहते ने जदों बंदिया तू मां दे गर्भ विच ना पुट्ठा लटकिया वा, सिर थल्ले ते पैर उतान, उस टाइम तेरा ध्यान कित्थे लगा पता जी? परमात्मा विच। देखियो एक गल समझो थोड़ा जिहा, हुण कई बारी साडे मन च पता क्या हुंदा कि जदों आपां मां दे बच्चा गर्भ विच हुंदा तां वाहिगुरू वाहिगुरू करदा, राम राम करदा, अल्लाह अल्लाह करदा। फिर एक पॉइंट ये भी समझना पैना, फिर आपां जदों जमदा इंसान ते कल्ला एक इंसान हुंदा है, ना वो हिंदू हुंदा, ना मुसलमान, ना सिख, ना ईसाई। सिखां दा बच्चा चक्किओ ते मुसलमानां दे घर दे दिओ, ईसाइयां दे दे दिओ, उदां दा आचरण कर लेगा। असल विच ना परमात्मा अनामी है, ਉਹਦਾ नाम कोई नहीं, ना ਉਹਦਾ कोई कौम मजहब, ਉਹਦਾ कोई धर्म नहीं है। धर्म ਅਸੀਂ ਬਣਾਏ ਆ, ਇਹ ਕੌਮਾਂ ਮਜਹਬ ਅਸੀਂ ਲੋਕਾਂ ਨੇ ਬਣਾਈਆਂ। ਰੱਬ ਦੇ ਨਿਯਮ ਵਿੱਚ ਵੱਜਿਆ ਤਾਂ ਉੱਥੇ ਬੰਦਾ, ਉੱਥੇ ਰੱਬ ਦੇ ਨਿਯਮ ਵਿੱਚ ਵੱਜੇ ਨੂੰ ਆਪਾਂ ਕਹਿ ਦਿੰਦੇ ਆ परमात्मा ਨਾਲ ਜੁੜਿਆ ਹੋਇਆ। ਦੇਖੋ ਨਾ ਦੁਨੀਆ ਵਿੱਚ ਵੀ ਜਿਹੜਾ ਬੰਦਾ ਰੱਬੀ ਨਿਯਮਾਂ ਵਿੱਚ ਤੁਰਿਆ ਜਾ ਰਿਹਾ ਹੈ, ਅਸੀਂ ਕਹਿੰਦੇ ਇਹ ਰੱਬ ਨਾਲ ਜੁੜਿਆ ਹੋਇਆ ਹੈ। ਜੇ ਉੱਦਾਂ ਕਹਾਂਗੇ ਰੱਬ ਨਾਲ ਜੁੜਿਆ, ਫਿਰ ਤਾਂ ਉਹ ਅਟੈਚਮੈਂਟ ਹੁੰਦੀ ਨਾ, ਇੱਕ ਨੂੰ ਜੁੜ ਗਿਆ ਇੱਦਾਂ। ਇਹ ਜੁੜਿਆ ਹੋਣ ਦਾ ਮਤਲਬ ਹੈ ਰੱਬੀ ਨਿਯਮਾਂ ਵਿੱਚ ਚੱਲਿਆ ਬੰਦਾ ਹੀ ਜੁੜਿਆ ਬੰਦਾ ਹੈ। ਹੁਣ ਇੱਥੇ ਭਗਤ ਬੈਣੀ ਜੀ ਕਹਿੰਦੇ ਨੇ ਪਿਆਰਿਓ, ਜਦੋਂ ਮਾਂ ਦੇ ਗਰਭ ਵਿੱਚ ਪੁੱਠੇ ਲਟਕੇ ਤੇ ਉਦੋਂ ਸਾਡੀ ਸੁਰਤ परमात्मा ਦੇ ਨਿਯਮ ਵਿੱਚ ਵੱਜੀ, ਉਸ ਵਾਹਿਗੁਰੂ ਨੂੰ ਸਵਾਸ ਸਵਾਸ ਯਾਦ ਕਰਦੀ ਸੀ। ਮ੍ਰਿਤਕ ਪਿੰਡ ਪਦ ਮਦ ਨਾ ਐਨਸ ਏਕ ਅਗਿਆਨ ਸੋ ਨਾਗਾ। ਉੱਥੇ ਕਿਹੜਾ, ਉੱਥੇ ਕਿਆ ਤਾਂ ਬੰਦੇ ਕੋਲ, ਕਿਹੜਾ ਪਦ ਦੀ ਕਿਹੜੀ ਹਸਤੀ ਜੀ ਉਹਦੇ ਕੋਲ? ਉੱਥੇ ਹੰਕਾਰ ਹੈ ਤਾਂ ਕਿ ਮੈਂ ਕੁਛ ਹੈ, ਆਪਣੇ ਸਰੀਰ ਦਾ ਉਹਨੂੰ ਗਿਆਨ ਥਾ, ਕੁਝ ਵੀ ਨਹੀਂ ਤਾਂ, ਉਹਨੂੰ ਕੁਝ ਵੀ ਉੱਥੇ ਪਤਾ ਹੀ ਨਹੀਂ ਤਾਂ ਕਿ ਮੈਂ ਕੁਛ ਹਾਂ, ਕੋਈ ਆਪਣੀ ਉਹਦੀ ਅਲਟਰੀ ਹਸਤੀ, ਕੋਈ ਆਪਣਾ ਪਦ ਬਣਾ ਕੇ ਥੋੜ੍ਹੇ ਬੈਠਾ ਤਾਂ ਉੱਥੇ ਮੈਂ ਵੀ ਫਲਾਣਾ ਹੈ ਜੀ। ਨਹੀਂ, ਇਹ ਦੁਨੀਆ ਵਿੱਚ ਆ ਕੇ ਬਣਦਾ ਜੋ ਬਣਦਾ ਹੈ, ਨਾ ਉਹਨੂੰ ਉੱਥੇ ਕੋਈ ਇਸ ਗੱਲ ਦਾ ਮਾਣ ਤਾਂ ਕਿ ਮੈਂ ਮਨੁੱਖ ਹਾਂ, ਮੈਂ ਫਲਾਣਾ ਹੈ, ਕੋਈ ਮਾਣ ਨਹੀਂ, ਕੋਈ ਅਹੁਦਾ ਨਹੀਂ, ਕੋਈ ਕੁਛ ਵੀ ਨਹੀਂ ਸੀਗਾ। ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ। ਕਹਿੰਦੇ ਉਹ ਸਮੇਂ ਨੂੰ ਚੇਤਾ ਕਰ ਜਦੋਂ ਤੂੰ ਮਹਾ ਸੰਕਟ ਵਿੱਚ ਤਾਂ। ਦੇਖੋ ਨਾ ਪਿਆਰੇ, ਅੱਜ ਕਿਸੇ ਬੰਦੇ ਨੂੰ 1-2 ਘੰਟੇ ਵਾਸਤੇ, 4 ਘੰਟੇ ਵਾਸਤੇ ਏਦਾਂ ਦੇ ਕਮਰੇ 'ਚ ਬੰਦ ਕਰ ਦਿਓ, ਜਿਹਨੂੰ ਇੱਕ ਛੋਟਾ ਜਿਹਾ ਸਰਾਖ ਹੋਵੇ, ਇੱਕ ਜਿੱਥੋਂ ਕਿ ਹਵਾ ਆ ਜਾ ਸਕੇ, ਚਾਰੋਂ ਪਾਸੇ ਤੋਂ ਉਹਨੂੰ ਚਿਣ ਦਿਓ, ਮਕਾਨ ਬੰਦ ਕਰ ਦਿਓ, ਉਹਨੂੰ ਕਹਿਣਾ ਤੂੰ ਇੱਥੇ ਰਹਿਣਾ ਕੁਛ ਟਾਈਮ, ਬੰਦਾ ਤਾਂ ਚੀਕਾਂ ਮਾਰੇਗਾ 15 ਮਿੰਟ ਬਾਅਦ ਹੀ, ਰੋਏਗਾ ਕਿ ਹੱਸੇਗਾ? ਰੋਏਗਾ ਵੀ ਮੈਨੂੰ ਕੱਢ ਲਓ ਉੱਥੋਂ, ਮੈਂ ਤਾਂ ਮਰ ਚੱਲਿਆ, ਮੇਰੇ ਤਾਂ ਸਾਹ ਘੁੱਟ ਹੋ ਗਿਆ। ਓਏ ਮਾਂ ਦੇ ਗਰਭ ਵਿੱਚ ਅਸੀਂ ਪੁੱਠੇ ਲਟਕੇ ਬੇਟੇ, ਉੱਥੇ ਮਾਂ ਜੋ ਖਾਂਦੀ ਹੈ ਸੜ ਕੇ ਸਵਾਹ ਹੋ ਜਾਂਦਾ ਹੈ। ਕਹਿੰਦੇ ਉਸ ਸਮੇਂ ਨੂੰ ਚੇਤਾ ਕਰ। ਅੱਜ ਤੇਰਾ ਮਨ ਦੁਨੀਆ ਦੇ ਪਸਾਰੇ, ਸਾਰੇ ਪਸਾਰੇ 'ਚ ਫਸ ਗਿਆ, ਇਹ ਦੁਨੀਆ ਦੇ ਮੋਹ ਵਿੱਚ ਫਸ ਗਿਆ ਬੰਦਿਆ। ਉਸ ਸਮੇਂ ਨੂੰ ਯਾਦ ਕਰ ਜਦੋਂ ਤੂੰ ਉੱਥੇ ਲਟਕਿਆ ਹੋਇਆ ਤਾਂ ਪੁੱਠਾ, ਸੰਕਟ ਵਿੱਚ ਤਾਂ ਫਸਿਆ। ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ
ਮਨੋ ਵਿਸਾਰਿਆ। ਕਹਿੰਦੇ ਮਾਂ ਦਾ ਗਰਭ ਛੱਡਿਆ, ਭਾਵ ਜਨਮ ਲਿਆ, ਤੇ ਕਿੱਥੇ ਆ ਗਿਆ ਜੀ? ਮਾਤ ਲੋਕ ਵਿੱਚ, ਆ ਸੰਸਾਰ ਚ ਆ ਗਿਆ। ਤੇ ਇੱਥੇ ਆ ਕੇ ਕੀਤਾ ਗਿਆ ਸਭ ਤੋਂ ਪਹਿਲਾ ਕੰਮ, ਦੁਨੀਆ ਨਾਲ ਪ੍ਰੀਤ ਪਈ ਇੱਕਦਮ, ਰੱਬ ਵਿਸਰ ਗਿਆ। ਉਹ ਮਾਲਕ ਜਿਹੜਾ ਸਾਰਾ ਕੁਛ ਕਰ ਰਿਹਾ ਤਾ, ਜਿਹਦੇ ਨਿਯਮ ਵਿੱਚ ਵੱਜਿਆ, ਗਰਭ ਵਿੱਚ ਤੂੰ ਪੁੱਠਾ ਲਟਕ ਰਿਹਾ ਤਾ, ਤੇ ਬਾਹਰਲੀ ਹਵਾ ਮਾਇਆ ਦੀ ਇਦਾਂ ਦੀ ਲੱਗੀ, ਇੱਕਦਮ ਹੀ ਭੁੱਲ ਗਿਆ ਰੱਬ ਨੂੰ। ਬਸ ਇੱਕਦਮ ਭੁੱਲ ਕੇ ਕਿੱਧਰ ਜਾ ਚਿੰਬੜਿਆ ਜੀ? ਮਾਇਆ ਵਾਲੇ ਪਾਸੇ ਲੱਗ ਗਿਆ। ਹੁਣ ਇੱਕ ਗੱਲ ਚੇਤਾ ਰੱਖੋ, ਛੋਟਾ ਬੱਚਾ ਫਿਰ ਆਪਾਂ ਕਹਾਂਗੇ ਉਹ ਕਿਹੜਾ ਪੈਸੇ ਇਕੱਠੇ ਕਰਦਾ ਹੈ, ਨਹੀਂ। ਅਸਲ ਵਿੱਚ ਪਹਿਲਾ ਪਿਆਰ ਕਾਹਦੇ ਨਾਲ ਲੱਗਦਾ ਜੀ? ਪਹਿਲਾ ਪਿਆਰ ਲੱਗਾ ਥਣ ਦੁੱਧ। ਪਹਿਲਾਂ ਮਾਂ ਦੇ ਦੁੱਧ ਨਾਲ ਪਿਆਰ ਪੈਂਦਾ ਬੱਚੇ ਦਾ, ਰੱਬ ਨਾਲ ਪ੍ਰੀਤ ਟੁੱਟਦੀ ਹੈ, ਮਾਂ ਦੇ ਦੁੱਧ ਨਾਲ ਪ੍ਰੀਤ ਪੈ ਗਈ। ਇਹ ਜਦੋਂ ਪਹਿਲਾ ਪਿਆਰ ਲੱਗਾ ਥਣ ਤੋਂ, ਦੂਜਾ ਮਾਈ ਬਾਪ ਦੀ ਸੁੱਧ, ਦੂਜੀ ਅਵਸਥਾ ਬਣ ਜਾਂਦੀ ਹੈ। ਮਾਂ ਬਾਪ ਨਾਲ ਪਿਆਰ ਪੈ ਜਾਂਦਾ ਬੰਦੇ ਦਾ, ਬਸ ਉਹ ਫਿਰ ਭੁੱਲ ਗਿਆ ਨਾ, ਜਿੱਦਾਂ ਜਿੱਦਾਂ ਦੁਨੀਆ ਨਾਲ ਪ੍ਰੀਤ ਵੱਧਦੀ ਜਾਂਦੀ ਹੈ ਤੇ ਰੱਬ ਨਾਲ ਟੁੱਟਦੀ ਜਾਂਦੀ ਹੈ। ਹਾਂਜੀ। ਫਿਰ ਪਛਤਾਵੇਗਾ ਮੂੜਿਆ, ਤੂੰ ਕਵਣ ਕੁਮਤ ਭ੍ਰਮ ਲਾਗਾ। ਕਹਿੰਦੇ ਓਏ ਮੂਰਖਾ, ਫਿਰ ਪਛਤਾਊਂਗਾ ਤੂੰ, ਕਿਹੜੇ ਪੁੱਠੇ ਕੰਮਾਂ 'ਚ ਤੂੰ ਲੱਗ ਗਿਆ, ਕਿਹੜੀ ਮਾੜੀ ਮੱਤ ਲੈ ਲਈ, ਕਿਹੜੇ ਭਰਮਾਂ 'ਚ ਤੂੰ ਪੈ ਗਿਆ। ਆਇਆ ਤਾਂ ਤੂੰ ਕਿਸੇ ਕੰਮ ਵਾਸਤੇ ਤਾਂ, ਤੇਰਾ ਪ੍ਰਯੋਜਨ ਕਿਆ ਤੇਰੇ ਜਨਮ ਦਾ, ਤੇ ਕਰ ਕਿਆ ਰਿਹਾ ਹੈ? ਭਰਮਾਂ 'ਚ ਪੈ ਗਿਆ ਤੂੰ। ਚੇਤ ਰਾਮ ਨਾਹੀ ਜੰਪੁਰ ਜਾਏਗਾ, ਜਨ ਵਿਚਰੈ ਅਨਰਾਗਾ ਰਹਾਉ। ਹੁਣ ਦੇਖਿਓ, ਕਹਿੰਦੇ ਜੇ ਤੂੰ ਕਰੇਗਾ ਸਿਮਰਨ ਫਿਰ ਤਾਂ ਵਿਕਾਰਾਂ ਤੋਂ ਬਚ ਜਾਏਗਾ। ਹੁਣ ਜੰਮ ਦਾ ਮਤਲਬ ਮਰਨ ਤੋਂ ਬਾਅਦ, ਜੰਮ ਤੋਂ ਤਾਂ ਬਾਅਦ ਦੀ ਗੱਲ ਹੈ ਨਾ ਪਿਆਰੇ। ਜੇ ਤਾਂ ਕਰੇਗਾ ਤੂੰ ਸੰਗਤ ਕਰੇਗਾ ਸਿਮਰਨ, ਫਿਰ ਤਾਂ ਤੂੰ ਵਿਕਾਰਾਂ ਤੋਂ ਬਚ ਗਿਆ। ਤੇ ਜੇ ਨਾ ਸਿਮਰਨ ਕੀਤਾ, ਨਾ ਸੰਗਤ ਕੀਤੀ, ਨਾ ਸੇਵਾ ਕੀਤੀ, ਫਿਰ ਕੀ ਹੋਣਾ ਜੀ? ਫਿਰ ਤੂੰ ਜਮਾਂ ਦੇ ਬਸ ਪੈਣਾ। ਹੁਣ ਜਮ ਮਤਲਬ ਵਿਕਾਰ, ਕਦੀ ਕਾਮ ਖਿੱਚੂ ਤੈਨੂੰ, ਕਦੀ ਕ੍ਰੋਧ ਖਿੱਚੂ, ਕਦੀ ਲੋਭ ਖਿੱਚੂ, ਇਹਨਾਂ ਵਿੱਚ ਫਸ ਕੇ ਰਹਿ ਜਾਏਗਾ ਤੂੰ। ਤੂੰ ਜਿਹੜੇ ਕੰਮ ਵਾਸਤੇ ਆਇਆ ਹੈ, ਇਹਨਾਂ ਵਿਕਾਰਾਂ ਤੋਂ ਤੈਨੂੰ ਵਿਰਾਗ ਨਹੀਂ ਹੋਏਗਾ। ਮਰਨ ਵੇਲੇ ਵੀ ਬੰਦਾ, ਮਰਨ ਵੇਲੇ ਵੀ ਦੇਖ ਲਿਓ ਪਿਆਰਿਓ, ਮਰਨ ਵੇਲੇ ਵੀ ਬੰਦਾ ਨਾ ਅੱਖਾਂ ਨਾਲ ਚੰਗਾ ਨਹੀਂ ਦੇਖਦਾ, ਮਾੜਾ ਹੀ ਦੇਖਦਾ ਹੈ। ਮੈਂ ਬੁੜੇ ਦੇਖੇ ਨੇ, ਬੁੱਢੇ ਵੀ ਵਿਆਹਾਂ ਵਿੱਚ ਜਾਓ, ਬੁੜੇ ਬੰਦੇ ਵੀ ਨਾ ਆਰਕੈਸਟਰਾ ਲੱਗੇ, ਉਹਨੂੰ ਸਭ ਤੋਂ ਮੋਹਣੀ ਕਤਾਰ 'ਚ ਬੈਠੇ ਹੁੰਦੇ। ਸੋਚ ਕੇ ਦੇਖੋ, ਕਿਆ ਉਹ ਮਤਲਬ ਕਿਆ? ਇੱਕੋ ਹੀ ਮਤਲਬ ਹੈ, ਅੱਖਾਂ ਨਹੀਂ ਰੱਜੀਆਂ, ਅੱਖੀਂ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ, ਉਸ ਤੋਂ ਤੇ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ। ਕੰਨ ਕਦੀ ਖੁਸ਼ ਹੋਏ ਹੈ? ਕਦੀ ਤਾਂ ਇਹਦੀ ਕੋਈ ਨਿੰਦਿਆ ਕਰੇ, ਸਾਡੀ ਕੋਈ ਨਿੰਦਿਆ ਕਰੇ, ਕੰਨ ਨਾ ਦੁਖੀ ਹੋ ਜਾਂਦੇ, ਮੇਰੀ ਕੋਈ ਨਿੰਦਿਆ ਕਰੇ। ਤੇ ਜੇ ਕੋਈ ਸਾਡੀ ਕੋਈ ਸੋਭਾ ਕਰੇ, ਫਿਰ ਅਸੀਂ ਬੜੇ ਖੁਸ਼ ਹੁੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸ ਰਾਹ ਤੇ ਤੁਰੋ, ਇਹ ਸੱਚ ਦੇ ਰਾਹ ਦਾ ਲੜ ਫੜੋ, ਆ ਝੂਠੇ ਰਾਹ ਨੂੰ ਛੱਡ ਦਿਓ। ਹਾਂਜੀ। ਪ੍ਰਾਣੀ ਤੂੰ ਆਇਆ ਲਾਹ ਲੈਣ, ਪ੍ਰਾਣੀ ਤੂੰ ਆਇਆ ਲਾਹ ਲੈਣ, ਪ੍ਰਾਣੀ ਤੂੰ ਆਇਆ ਲਾਹ ਲੈਣ, ਪ੍ਰਾਣੀ ਤੂੰ ਆਇਆ ਲਾਹ ਲੈਣ। ਲੱਗਾ ਕਿਸ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ, ਲਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ, ਲੱਗਾ ਕਿਸ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ, ਲਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ, ਪ੍ਰਾਣੀ ਤੂੰ ਆਇਆ ਲਾਹ ਲੈਣ, ਪ੍ਰਾਣੀ
ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਜਦੋਂ ਬਾਲ ਅਵਸਥਾ ਹੁੰਦੀ, ਛੋਟੇ ਅਵਸਥਾ ਹੁੰਦੀ, ਕਾਹਲੇ 'ਚ ਬੰਦਾ ਫਸਿਆ ਰਹਿੰਦਾ, ਖੇਡਾਂ ਵਿੱਚ ਮਸਤ ਰਹਿੰਦਾ, ਬਾਰ-ਬਾਰ ਆਪਣੇ ਸੰਬੰਧੀਆਂ ਨਾਲ ਮੋਹ ਦੀ ਤੰਦਾਂ ਵਧਾਉਂਦਾ ਹੈ, ਕਦੀ ਕਿਸੇ ਦਾ ਗੋਦੀ ਚੜ੍ਹਦਾ ਹੈ, ਕਦੀ ਕਿਸੇ ਦਾ ਗੋਦੀ ਚੜ੍ਹਦਾ ਹੈ, ਮੋਹ ਵੱਧਦਾ ਹੁੰਦਾ, ਦੁਨੀਆ ਨਾਲ ਮੋਹ ਵੱਧਦਾ ਹੈ, ਪਰ ਪ੍ਰਮਾਤਮਾ ਨਾਲੋਂ ਪ੍ਰੀਤ ਟੁੱਟਦੀ ਹੈ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਹੁਣ ਦੇਖਿਓ, ਆਹ ਰਸ ਚੱਖਦਾ ਫਿਰਦਾ ਹੈ ਨਾ ਜਿਹੜਾ ਬੰਦਾ, ਜੀਭ ਦਾ ਰਸ ਤੇ ਇੰਦਰੀ ਦਾ ਰਸ, ਇਹ ਦੋ ਰਸ ਨੇ। ਮਹਾਰਾਜ ਕਹਿੰਦੇ ਨੇ ਇਹ ਰਸ, ਇਹ ਰਸਾਂ ਨੇ ਤੈਨੂੰ ਇੰਨਾ ਘੇਰਿਆ ਹੈ ਵੀ ਤੂੰ ਆਹ ਜਿਹੜੇ ਪੰਜ ਵਿਕਾਰ ਤੇਰਾ ਮਗਰ ਹੋਰ ਤੁਰੇ ਫਿਰਦੇ ਹੈ, ਰਸਾਂ ਨੇ ਘੇਰਿਆ ਹੋਇਆ ਹੈ। ਆਹ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਤੇਰੇ ਮਗਰ ਹੀ ਫਿਰਦੇ ਨੇ, ਤੂੰ ਛੱਡ ਨਹੀਂ, ਤੈਨੂੰ ਛੱਡਦੇ ਨਹੀਂ ਇਹ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਅਰਾਧਿਆ। ਕਹਿੰਦੇ ਨਾ ਜਪ ਕੀਤਾ, ਨਾ ਤਪ ਕੀਤਾ। ਹੁਣ ਇੱਥੇ ਤਪ ਦਾ ਮਤਲਬ ਤਾਂ ਫਿਰ ਉਹ ਦੂਜਾ ਬਣ ਜਾਂਦਾ, ਜਿੱਦਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਉਹ ਜਿਹੜੀਆਂ ਪੁੱਠੇ ਡੱਕਣੇ, ਧੂਣੀਆਂ ਤਾਪਣੀਆਂ, ਪਾਣੀ ਦੀ ਘੜੇ ਸਿਰ 'ਚ ਪਵਾਉਣੇ, ਉਹ ਬਣ ਜਾਂਦਾ। ਨਹੀਂ, ਅਸਲ ਵਿੱਚ ਤਪ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹ ਤੇ ਚੱਲਣਾ, ਇਹ ਤਪ। ਜਪ ਦਾ ਮਤਲਬ ਜਾਣਨਾ, ਜਪ ਦਾ ਮਤਲਬ ਸਿਮਰਨ ਵੀ ਹੁੰਦਾ ਹੈ, ਤੇ ਜਪ ਦਾ ਮਤਲਬ ਜਾਣਨਾ ਵੀ ਹੁੰਦਾ ਹੈ। ਸੰਗਤ ਜਿਵੇਂ ਕਿ ਸਾਨੂੰ ਗੁਰੂ ਦਾ ਉਪਦੇਸ਼ ਸਮਝ ਆਉਂਦਾ ਜਦੋਂ, ਫਿਰ ਪਰਮੇਸ਼ਰ ਬਾਰੇ ਸਾਨੂੰ ਸਮਝ ਪੈਂਦੀ ਹੈ, ਇਹ ਜਪ ਜਾਣਨਾ। ਅੱਛਾ, ਸੰਜਮ ਇੰਦਰੀਆਂ ਦਾ ਨਿਗ੍ਰਹਿ ਕਰਨਾ, ਇੰਦਰੀਆਂ ਤੇ ਕਾਬੂ ਕਰਨਾ। ਕਹਿੰਦੇ ਤੂੰ ਕੁਝ ਵੀ ਨਹੀਂ ਕੀਤਾ, ਨਾ ਤੂੰ ਵਿਕਾਰਾਂ ਤੇ ਕੰਟਰੋਲ ਕੀਤਾ, ਨਾ ਸਿਮਰਨ ਕੀਤਾ, ਨਾ ਸੇਵਾ ਕੀਤੀ, ਕੱਖ ਨਹੀਂ ਕੀਤਾ ਤੂੰ, ਤੇ ਪ੍ਰਮਾਤਮਾ ਨਾਲੋਂ ਟੁੱਟ ਗਿਆ ਤੂੰ। ਆ ਦੁਨੀਆ ਨਾਲ ਪ੍ਰੀਤ ਪੈ ਗਈ, ਰੱਬ ਨਾਲੋਂ ਤੂੰ ਪ੍ਰੀਤ ਤੋੜ ਲਈ। ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਖਤ ਗਲ ਬਾਂਧਿਆ। ਸਿੱਧਾ ਸਿੱਧਾ ਕਹਿ ਰਹੇ ਨੇ, ਹਾਂ ਉਹ ਤੁਹਾਨੂੰ ਸਮਝ ਨਾ ਲੱਗ ਕਰ ਲੈ। ਮਹਾਰਾਜ ਕਹਿੰਦੇ ਜਦੋਂ ਬੰਦੇ ਦੇ ਸਿਰ ਤੇ ਕਾਮ ਦਾ ਭੂਤ ਸਵਾਰ ਹੁੰਦਾ ਨਾ, ਭੂਤ ਸਵਾਰ ਹੁੰਦਾ ਕਾਮ ਦਾ, ਕਹਿੰਦੇ ਉਹ ਕਲੰਕ ਦੀ ਵੀ ਪਰਵਾਹ ਨਹੀਂ ਕਰਦਾ ਵੀ ਮੈਨੂੰ ਕਲੰਕ ਲੱਗ ਜਾਏਗਾ, ਚਾਹੇ ਬੀਬੀ ਹੈ ਚਾਹੇ ਭਾਈ ਹੈ, ਗੱਲ ਦੋਨਾਂ ਪਰ ਇੱਕੋ ਜਿਹੀ ਹੈ। ਭਗਤ ਜੀ ਕਹਿੰਦੇ ਨੇ ਜਦੋਂ ਬੰਦੇ ਦੇ ਸਿਰ ਤੇ ਕਾਮ ਸਵਾਰ ਹੁੰਦਾ ਹੈ, ਉਹ ਇਹ ਵੀ ਭੁੱਲ ਜਾਂਦਾ ਕਿ ਮੈਨੂੰ ਕਲੰਕ ਲੱਗ ਸਕਦਾ ਹੈ, ਮੈਂ ਜੋ ਕਰ ਰਿਹਾ ਗਲਤ ਹੈ, ਪਰ ਪਿੱਛੇ ਨਹੀਂ ਹਟਦਾ। ਪਰ ਅਨਸਾਕਤ ਮਤਲਬ ਪਰਾਈ ਔਰਤ, ਪਰਾਇਆ ਮਰਦ, ਇੱਕੋ ਹੀ ਗੱਲ ਹੈ। ਉਹਨਾਂ ਦੇ ਜਾ ਕੇ ਕਹਿੰਦੇ ਗਲ ਗਪਖੜੀ ਪਾਉਂਦਾ ਹੈ, ਉਹਨਾਂ ਦੇ ਗਲ ਲੱਗਦਾ ਜਾ ਕੇ, ਕਹਿੰਦੇ ਤਾਂ ਤੇਰਾ ਭਲਾ ਕਿੱਥੋਂ ਹੋਣਾ ਹੈ। ਤਰਨ ਤੇਜ ਪਰ ਤ੍ਰਿਯ ਮੁਖ ਜੋ ਹੈ, ਸਰ ਅਪਸਰ ਨਾ ਪਛਾਣਿਆ। ਆ ਸਾਡੇ ਪਰ ਸਿੱਧੇ ਹੀ ਉਂਗਲੀ ਕਰ ਰਹੇ ਨੇ ਭਗਤ, ਸਾਡੇ ਤੇ ਸਾਰੇ ਤੇ। ਜਵਾਨੀ ਵਿੱਚ ਕਹਿੰਦੇ ਪਰਾਈਆਂ ਔਰਤਾਂ ਨੂੰ ਤੱਕਦਾ ਫਿਰਦਾ ਹੈ, ਸਿੱਧਾ ਕਹਿ ਰਹੇ ਨੇ ਜਵਾਨੀ ਦੇ ਵਿੱਚ ਪਰਾਈਆਂ ਔਰਤਾਂ ਨੂੰ ਤੱਕਦਾ ਫਿਰਦਾ ਹੈ ਤੂੰ, ਇਹ ਨਹੀਂ ਦੇਖਿਆ ਕਿ ਸਮਾਂ ਕਿਆ ਹੈ। ਸਾਰਾ ਪਸਰ ਮਤਲਬ ਸਮੇਂ ਬੇਸਮੇਂ ਦੀ ਤੂੰ ਸਮਝ ਨਹੀਂ ਲਈ, ਹਰ ਵੇਲੇ ਤੂੰ, ਤੇਰੀ ਨਿਗਾਹ ਵਿੱਚ ਕਾਮ ਹੀ ਹੈ, ਬਸ ਤੇਰੀ ਨਿਗਾਹ 'ਚ ਭੋਗ ਹੈ, ਹੋਰ ਕੁਝ ਵੀ ਨਹੀਂ। ਉਨਮਤ ਕਾਮ ਮਹਾ ਬਿਖ ਭੂਲੇ, ਪਾਪ ਪੁੰਨ ਨਾ ਪਛਾਣਿਆ। ਲਓ ਸਿੱਧਾ ਕਹਿ ਰਹੇ ਨੇ ਨਾ, ਤੇ ਕਾਮ ਵਿੱਚ ਇੰਨਾ ਅੰਨਾ ਹੋ ਗਿਆ ਤੂੰ, ਤੈਨੂੰ ਇਹ ਸਮਝ ਨਹੀਂ ਪਈ ਕਿਆ ਪੁੰਨ ਹੈ ਕਿਆ ਪਾਪ ਹੈ। ਕਾਮ ਬਸ ਕਾਮ, ਕਾਮ ਬਸ ਹਰ ਸਮੇਂ ਦਿਮਾਗ ਤੇ ਹਮੇਸ਼ਾ ਕਾਮ ਦਾ ਭੂਤ ਸਵਾਰ ਰਹਿੰਦਾ ਜਿਨ੍ਹਾਂ ਤੇ, ਉਹਨਾਂ ਨੂੰ ਕਦੀ ਨਾ ਪੁੰਨ ਦਾ ਖਿਆਲ ਹੈ ਨਾ ਪਾਪ ਦਾ, ਵੀ ਅਸੀਂ ਜੋ ਕਰ ਰਹੇ ਹਾਂ ਪੁੰਨ ਹੈ ਕਿ ਪਾਪ ਹੈ। ਬਸ ਆਪਣੇ ਉਹਨਾਂ ਨੂੰ ਆਪਣੇ ਮਨ ਨਾਲ ਮਤਲਬ ਹੈ ਬਸ। ਸੁਤ ਸੰਪਤ ਦੇਖ ਏ ਖਿਨ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਧੀ ਪੁੱਤ ਦੇਖੇ, ਮਾਇਆ ਦੇਖੀ, ਆਕੜਦੇ ਫਿਰਦੇ ਆ, ਫਿਰ ਆਕੜੇ ਫਿਰਦੇ ਕਿ ਨਹੀਂ ਫਿਰਦੇ। ਜਿਹਨਾਂ ਕੋਲ ਚਾਰ ਕੇ ਛਿਲਣਾ ਹੈ, ਕਿੰਨੇ ਹਉਮੈ 'ਚ ਫਿਰਦੇ, ਕਿੰਨੇ ਆਕੜਦੇ ਫਿਰਦੇ। ਲੈ ਮੇਰੇ ਕੋਲ ਪੈਸਾ ਹੈਗਾ, ਮੇਰੇ ਕੋਲ ਧੀ ਹੈ, ਪੁੱਤ ਹੈ, ਪਤਨੀ ਹੈ, ਮੇਰੇ ਕੋਲ ਸਾਰਾ ਕੁਛ ਹੈ, ਮੈਂ ਮੰਨਦਾ ਕਿਸੇ ਨੂੰ। ਕਹਿੰਦੇ ਇਹ ਤਾਂ ਤੂੰ ਹਿਰਦੇ 'ਚ ਵਸਾ ਲੈ। ਆ
ਸਾਰਾ ਕੁਝ ਕੁਟੰਬ ਆਪਣਾ ਹਿਰਦੇ 'ਚ ਵਸਾ ਲਿਆ, ਪੈਸਾ ਵੀ ਅੰਦਰ ਲੈ ਗਿਆ, ਸਭ ਕੁਝ ਹੈ ਤੇਰੇ ਕੋਲ, ਪਰ ਪ੍ਰਮਾਤਮਾ ਨੂੰ ਅੰਦਰੋਂ ਕੱਢ ਦਿੱਤਾ ਤੂੰ, ਉਹ ਗੁਆਚ ਗਿਆ ਤੇਰੇ ਕੋਲੋਂ। ਹਾਂਜੀ। ਅਵਰ ਮਰਤ ਮਾਇਆ ਮਨ ਤੋਲੈ, ਤੋ ਭਗ ਮੁਖ ਜਨਮ ਬਿਗੋਇਆ। ਕਹਿੰਦੇ ਸੋਚ ਗਏ, ਦੇਖੋ ਬੰਦੇ, ਤੇਰਾ ਜਨਮ ਕਿੱਥੋਂ ਹੋਇਆ, ਕਿੱਥੋਂ ਜਨਮ ਹੋਇਆ ਤੂੰ, ਜਿੱਥੋਂ ਤੂੰ ਜਨਮ ਸਮੇਂ ਜਿਸ ਪੀੜਾ ਤੋਂ ਤੂੰ ਨਿਕਲਿਆ ਨਾ, ਜਿੱਥੋਂ ਤੂੰ ਨਿਕਲਿਆ, ਸਿੱਧਾ ਕਹਿ ਰਹੇ ਨੇ, ਕਹਿੰਦੇ ਉਹ ਯਾਦ ਕਰ ਸਮੇਂ ਨੂੰ, ਤੂੰ ਉੱਥੇ ਕਿੰਨਾ ਔਖਾ ਤਾ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਹੁਣ ਹੋਇਆ ਕਿ ਬਾਲ ਕਾਲਿਆਂ ਤੋਂ ਕਿਆ ਹੋ ਗਏ ਜੀ, ਚਿੱਟੇ ਹੋ ਗਏ, ਆ ਗਿਆ ਨਾ ਧੌਲਾ ਝੱਟ। ਸਾਡੇ ਆ ਰਹੇ ਨੇ ਬਾਬਾ ਜੀ ਦੇ, ਆ ਗਏ ਤੁਹਾਡੇ ਵੀ ਆਈ ਜਾਂਦੇ, ਤੇ ਧੌਲਾ ਝਾਟਾ ਹੋ ਗਿਆ। ਤੇ ਕਹਿੰਦੇ ਹੁਣ ਸਰੀਰ ਕੰਮ ਨਹੀਂ ਕਰਦਾ, ਹੁਣ ਪੱਗ ਤਨ ਕੰਪਿਓ, ਪੱਗ ਡਗਮਗਿਓ, ਨੈਣ ਜੋਤ ਤੇ ਹੀ ਰਹਿ ਕੰਬਦਾ ਸਰੀਰ। ਤੇ ਹੋਇਆ ਕਿਆ, ਕਹਿੰਦੇ ਸਪਤ ਪਤਾਲ ਕੀ ਬਾਣੀ। ਜਦੋਂ ਬੰਦਾ ਬੋਲਦਾ ਨਾ ਬੁਢਾਪੇ 'ਚ, ਜਵਾਨੀ ਤਾਂ ਮਾਰਦਾ ਬੜਕਾਂ, ਬੁਢਾਪੇ 'ਚ ਦੇਖੋ ਤੇ ਕਿਆ ਹਾਲ ਹੈ ਬਾਪੂ, ਹੈ ਕਿਉਂ ਸੀ ਬਾਪੂ, ਕੀ ਹਾਲ ਹੈ, ਹੌਲੀ ਸੇ ਠੀਕ ਹੈ, ਬਸ ਐਂ ਹੁੰਦਾ। ਮਾਰੇ ਕਹਿੰਦੇ ਐ ਲੱਗਦਾ ਜਿੱਦਾਂ ਪਤਾਲ ਦੇ ਵਿੱਚੋਂ ਬੋਲਿਆ ਕਰਦਾ ਬੰਦਾ, ਬੜੀ ਡੂੰਘੀ ਜਗ੍ਹਾ ਤੋਂ ਐ, ਹੁਣ ਆਵਾਜ਼ ਨਹੀਂ ਨਿਕਲਦੀ ਅੰਦਰੋਂ, ਖੰਗੂਰਾ ਮਾਰਨ ਨੂੰ ਜੀ ਕਰਦਾ ਪਰ ਵੱਜਦਾ ਨਹੀਂ। ਦੇਖ ਲਿਓ ਸਿਆਣਿਆਂ ਨੂੰ, ਜਿਹੜੇ ਮੈਂ ਦੇਖਿਆ ਸੀਗਾ, ਉਹ ਰੋਟੀ ਇੱਕ ਵਾਰੀ ਉਹ ਗਿਆ ਤਾਂ ਮੈਂ ਇੱਕ ਦਿਨ, ਉਹ ਮਰਨ ਲੱਗਾ ਤਾਂ ਬੰਦਾ, ਮਰਨ ਤੋਂ ਪਹਿਲਾਂ ਉਹ ਤਾਂ ਪ੍ਰਾਣ ਨਾ ਨਿਕਲ, ਤੇ ਮੈਨੂੰ ਰਾਤ ਨੂੰ ਲੈ ਗਿਆ ਫਿਰ ਉਹ ਦੂਜੀ, ਕਹਿੰਦਾ ਜੀ ਆ ਚੱਲਿਓ ਬੜਾ ਜਿਹਾ, ਮੈਂ ਚਲੋ ਚਲਾ ਗਿਆ। ਤੇ ਉਹ ਤੇ ਨਾ ਮੈਂ ਦੇਖਿਆ ਘੰਟ 'ਚ ਪ੍ਰਾਣ ਫਸੇ ਵੇ, ਪਰ ਨਾ ਥੱਲੇ ਨੂੰ ਨਾ ਉੱਪਰ, ਉੱਥੇ ਹੀ ਫਸੇ। ਉਹ ਕਦੀ ਸਿਰ ਐ ਮੰਜੇ ਨਾਲ ਐ ਲਾ ਕੇ ਨਾ ਜਿੱਦਾਂ ਪਸ਼ੂ ਭਿੜਦਾ, ਏਦਾਂ ਭਿੜੇ। ਚਲੋ ਉਹ ਅਰਦਾਸ ਕੀਤੀ, ਸਤਿਗੁਰ ਨੇ ਕਿਰਪਾ ਕਰਤੀ, ਉਹਦੇ ਪ੍ਰਾਣ ਚਲੋ 2-4 ਘੰਟੇ 'ਚ ਪੂਰੇ ਹੋ ਗਏ। ਪਰ ਮੈਂ ਦੇਖਿਆ ਯਾਰ, ਬੁਰਾ ਹਾਲ ਹੁੰਦਾ ਹੈ ਮਰਨ ਪੈਰ, ਕਿਆ ਹਾਲ ਹੁੰਦਾ ਬੰਦੇ ਦਾ। ਲੋਚਨ ਸਮਰੈ ਬੁੱਧ ਬਲ ਨਾਠੀ, ਤਾਂ ਕਾਮ ਪਵਸ ਮਾਧਾਣੀ। ਆ ਲੋ ਦੇਖੋ, ਕਹਿਤਾ ਨਾ, ਉਹੀ ਭਗਤ ਜੀ ਕਹਿ ਰਹੇ ਨੇ, ਅੱਖਾਂ ਜਵਾਬ ਦੇ ਗਈਆਂ, ਅੱਖਾਂ ਤੋਂ ਤਾਂ ਸੁੱਝਦਾ ਹੀ ਨਹੀਂ ਚੰਗੀ ਤਰ੍ਹਾਂ, ਜਵਾਬ ਦੇ ਦਿੱਤਾ। ਕੰਨ ਵੀ ਸੁਣਦੇ ਘੱਟੇ ਹੈ, ਤੇ ਜਿਹੜੀ ਆ ਸਾਡੀ ਮਾਤਾ ਹੁਣ ਹੈ ਨਹੀਂ ਗਈ, ਆਪਾਂ ਕਹਿ ਦਿੰਦੇ ਸਿਆਣੇ ਨੂੰ, ਉਹ ਤਾਂ 70-72 ਇਹਨੇ ਕਿਆ ਮੰਨਣਾ, ਐ ਕਹਿ ਦਿੰਦੇ ਆਪਾਂ ਵੀ ਇਹਨੂੰ ਤਾਂ ਅਕਲ ਹੀ ਹੈ ਨਹੀਂ ਸਿਆਣੇ ਨੂੰ, ਇਹਦੇ ਕਿਆ ਪੁੱਛਣਾ। ਕਹਿੰਦੇ ਹੁਣ ਨਾ ਬੁੱਧ ਕੰਮ ਕਰਦੀ ਹੈ, ਅੱਖਾਂ ਵੀ ਜਵਾਬ ਦੇ ਗਈਆਂ, ਪਰ ਕਹਿੰਦੇ ਕਾਮ ਹੈ ਨਾ ਜਿਹੜਾ, ਇਹਦਾ ਵੀ ਦਿਮਾਗ 'ਚ ਘੁੰਮੀ ਜਾਂਦਾ। ਤਾਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਕਹਿੰਦੇ ਹੈ ਜਾਂ ਵੀ ਮਨ ਵਿਕਾਰੀ ਹੈ, ਜਿਹੜਾ ਸਰੀਰ ਹੈ ਉਹ ਤਾਂ ਕਮਲਾ ਗਿਆ, ਸਰੀਰ ਤਾਂ ਹੁਣ ਝੁਰੜੀਆਂ ਪੈ ਗਈਆਂ ਮੂੰਹ ਤੇ, ਲੱਤਾਂ ਬਾਹਾਂ ਤੇ ਹੱਥਾਂ ਤੇ ਵੀ ਝੁਰੜੀਆਂ ਪੈ ਗਈਆਂ, ਪਰ ਹੈ ਜਾਂ ਜਿਹੜੇ ਅੰਦਰ ਵਿਕਾਰ ਭੋਗਣ ਦੀ ਲਾਲਸਾ ਖਤਮ ਨਹੀਂ ਹੋਈ। ਅਵਗਤ ਬਾਣ ਛੋੜ ਮਿਤ ਮੰਡਲ, ਤੋਂ ਪਾਛੈ ਪੁਛਤਾਣਾ। ਕਹਿੰਦੇ ਛੱਡਦੇ ਆ ਤੂੰ ਧਰਤੀ ਤੇ ਆਇਆ, ਜਿਹੜੇ ਕੰਮ ਨੂੰ ਆਇਆ ਉਹ ਕੰਮ ਕਰਨਾ, ਛੱਡਦੇ ਹੁਣ ਸਾਰਾ ਕੁਝ, ਨਹੀਂ ਤਾਂ ਪਿੱਛੇ ਪਛਤਾਏਗਾ ਤੂੰ। ਉਹ ਕਬੀਰ ਸਾਹਿਬ ਦੇ ਬਚਨ ਪੜ੍ਹਦੇ ਹੁੰਦੇ ਨਾ, ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਹੇਗਾ ਮਨ, ਰਾਮ ਸਿਮਰ ਪਛਤਾਏਗਾ ਮਨ, ਰਾਮ ਸਿਮਰ ਪਛਤਾਏਗਾ ਮਨ। ਰਾਮ ਸਿਮਰ ਕਹਿੰਦੇ, ਨਹੀਂ ਤਾਂ ਪਨ ਪਛਤਾਊਂਗਾ, ਔਖਾ ਬੜਾ ਹੋਏਗਾ। ਹੁਣ ਤੂੰ ਜਪਦਾ ਨਹੀਂ। ਹੁਣ ਦੇਖਿਓ, ਜਵਾਨੀ ਵਿੱਚ ਬੰਦਾ ਨਾ ਰਾਮ ਨਹੀਂ ਕਹਿੰਦਾ, ਕਾਮ ਕਹਿੰਦਾ। ਅੱਜ ਕਿਸੇ ਨੂੰ ਕਹੋ, ਹੁਣ ਦੇਖੋ ਨਾ ਵਿਆਹ ਹੁੰਦੇ ਮੁੰਡਿਆਂ ਦੇ, ਉਹਨਾਂ ਨੂੰ ਕਹੋ ਆਰਕੈਸਟਰਾ ਨਹੀਂ ਲਾਣਾ, ਡੀਜੇ ਨਹੀਂ ਲਾਣਾ, ਸ਼ਰਾਬ ਨਹੀਂ ਵਰਤਾਣੀ, ਸਿੰਪਲ ਕਰਿਓ। ਪਤਾ ਕਿਆ ਕਹਿੰਦੇ, ਏਦਾਂ ਥੋੜ੍ਹੀ ਵਿਆਹ ਹੁੰਦਾ ਹੈ। ਮੈਂ ਕਹਿੰਦਾ ਹੁੰਦਾ ਜਿਹੜੇ ਸਿਆਣੇ ਵਿਆਹ ਗਏ, ਫਿਰ ਉਹਨਾਂ ਦੇ ਕਿਹੜਾ ਨਿਆਣੇ ਨਹੀਂ ਜੰਮੇ, ਉਹਨਾਂ ਦਾ ਵਿਆਹ ਏਦਾਂ ਹੋ ਗਿਆ। ਜੇ ਡੀਜਾ ਨਹੀਂ ਲਾਇਆ, ਉਹਦੀ ਸ਼ਰਾਬ ਨਹੀਂ ਲੋਕਾਂ ਨੂੰ ਪਿਲਾਈ, ਤੇ ਉਹਨਾਂ ਦੇ ਵਿਆਹ ਨਹੀਂ ਹੋਏ।
ਉਹਨੇ ਆਰਕੈਸਟਰਾ ਹੀ ਨਚਾਈਆਂ, ਉਹਨਾਂ ਦੇ ਘਰ ਨਹੀਂ ਵਸਦੇ। ਓਏ ਪਿਆਰਿਓ, ਜਿੰਨਾ ਇਸ ਤੁਸੀਂ ਦੁਨੀਆ ਵਿੱਚ ਪੁੱਠੇ ਕੰਮ ਕਰੋਗੇ, ਮਾੜੇ ਕਰਮ ਕਰੋਗੇ, ਉਹ ਲੇਖਾ ਵੀ ਤਾਂ ਤੁਹਾਨੂੰ ਹੀ ਦੇਣਾ ਪੈਣਾ, ਕਿਸੇ ਨੇ ਨਹੀਂ ਦੇਣਾ। ਅੱਜ ਤੁਸੀਂ ਆਰਕੈਸਟਰਾ ਲਾਈਆਂ, ਪੈਸਾ ਖਰਚਿਆ ਨਾ, 50-60 ਹਜ਼ਾਰ ਰੁਪਇਆ ਤੁਸੀਂ ਆਰਕੈਸਟਰਾ ਨੂੰ ਦਿੱਤਾ, ਤੇ ਫਿਰ ਜਿਹੜਾ ਮਨ ਉਸ ਟਾਈਮ ਤੁਹਾਡਾ ਮਨ ਜਿਹੜਾ ਬਿਮਾਰ ਹੋ ਜਾਣਾ ਨਾ, ਉਹ ਦੇਖ ਦੇਖ ਕੇ ਉਹਨਾਂ ਨੂੰ ਮਨ ਵਿਕਾਰੀ ਹੋ ਜਾਣਾ। ਲੈ ਉਹ ਕਈ ਸਾਲ ਤੱਕ, ਚੇਤਾ ਰੱਖਿਓ, ਕਈ ਸਾਲ ਤੱਕ ਉਹ ਮਨ ਵਿਕਾਰੀ ਰਹੇਗਾ। ਵਿਆਹ ਵੀ ਹੋ ਜਾਏਗਾ ਫਿਰ ਵੀ ਮਨ ਵਿਕਾਰੀ ਰਹੇਗਾ, ਪਰਾਇਆ ਰੂਪ ਤੱਕਦਾ ਹੀ ਰਹੇਗਾ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਸਿੱਧੇ ਰਾਹ ਚੱਲੀਏ। ਨਿਕੁਟੀ ਦੇ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਇਹ ਨਹੀਂ ਬੁੱਝਦਾ ਤੇ ਆ ਸਰੀਰ ਹੁਣ ਕਮਜ਼ੋਰ ਹੋ ਰਿਹਾ, ਪਿੱਛੇ ਚੱਲ ਰਿਹਾ, ਹੁਣ ਆਵਾਜ਼ ਵੀ ਨਹੀਂ ਚੰਗੀ ਤਰ੍ਹਾਂ ਨਿਕਲਦੀ। ਇਸ ਤਰ੍ਹਾਂ ਨੂੰ ਸਮਝਦੇ ਹੀ ਨਹੀਂ, ਬੁੱਝਦੇ ਹੀ ਨਹੀਂ ਕਿ ਮੇਰਾ ਨੇੜੇ ਅੰਤ ਸਮਾਂ ਨੇੜੇ ਨੂੰ ਆ ਰਿਹਾ, ਮੈਂ ਮੌਤ ਵੱਲ ਨੂੰ ਵੱਧ ਰਿਹਾ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਹੁਣ ਇੱਥੇ ਕਹਿੰਦੇ ਲਾਲਚ ਕਰਦਾ ਹੈ, ਕਾਹਦਾ? ਜੀਵਨ ਹੋਰ ਮਿਲਿਆ ਮੈਨੂੰ, ਪਰ ਇਹ ਗਿਆਨ ਦੀਆਂ ਅੱਖਾਂ ਨਾਲ ਨਹੀਂ ਦੇਖਦਾ, ਅੰਨਾ ਹੋਇਆ ਪਿਆ ਹੈ। ਹੋਰ ਜੀਵਨ ਦੀ ਆਸ ਕਰਦਾ ਵੀ ਮੈਂ ਹੋਰ ਜੀ ਲਵਾਂ, ਪਰ ਸੁੱਝਦਾ ਨਹੀਂ ਇਹਨੂੰ। ਲੋਚਨ ਕਛੂ ਨਾ ਸੁਝੈ, ਇਹ ਨਹੀਂ ਸੁਝਦਾ ਤੇ ਸਰੀਰ ਮੇਰਾ ਕਮਜ਼ੋਰ ਹੋ ਗਿਆ, ਉਹ ਖੜੀ ਹੈ ਮੌਤ ਤੇ ਆਉਣ ਵਾਲੀ ਹੈ, ਇਹ ਭੁੱਲ ਗਿਆ। ਥਾਕਾ ਤੇਜ ਉਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਥੱਕਦਾ ਕੋਈ ਆਦ ਘੜੀ ਕੋਈ ਨ ਰਾਖੈ, ਘਰ ਤੇ ਦੇਤ ਨਕਾਲ। ਆਦ ਘੜੀ ਕੋਈ ਰਾਖੈ, ਘਰ ਤੇ ਦੇਤ ਨਿਕਾਲ। ਅਸੀਂ ਘੜੀ ਰੱਖਦਾ ਕੋਈ ਨਹੀਂ ਰੱਖਦਾ। ਕਹਿੰਦੇ ਹੁਣ ਤੇਜ ਉੱਡ ਗਿਆ, ਸਾਰਾ ਹੀ ਗਿਆ ਕੰਮ ਖਤਮ। ਹੁਣ ਕਹਿੰਦੇ ਤੈਨੂੰ ਕੱਪੜੇ ਵਿਹੜੇ 'ਚ ਰੱਖ ਕੇ ਰਾਜੀ ਹੈ, ਵੀ ਰੱਖ ਲਓ ਇਹਨੂੰ ਹੁਣ ਤਾਂ ਘੰਟਾ ਚੱਕ ਲਓ। ਕਹਿੰਦੇ ਹੁਣ ਤਾਂ ਭੁੱਖ ਲੱਗੀ ਪਈ, ਨਿਆਣੇ ਭੁੱਖੇ ਮਰ ਗਏ, ਸਵੇਰ ਦੇ ਤਾਂ ਮਰਨਾ ਹੀ ਤਾਂ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਹਿੰਦੇ ਗੱਲ ਸੁਣੋ, ਬੈਣੀ ਜੀ ਇਹ ਗੱਲ ਕਹਿੰਦੇ ਆ। ਹੁਣ ਇੱਥੇ ਥੋੜੀ ਜਿਹੀ ਡੂੰਘਾਈ ਵਿੱਚ ਸਮਝੋ ਦੋ ਕੁ ਗੱਲਾਂ। ਬੈਣੀ ਜੀ ਕਹਿੰਦੇ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸ਼ਬਦ ਕੀ ਹੈ। ਕਹਿੰਦੇ ਅਸੀਂ ਕਹਿੰਦੇ ਆ ਵੀ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮਰਨ ਤੋਂ ਬਾਅਦ। ਹੁਣ ਜਿੰਨੇ ਬਾਬੇ ਨੇ ਕਿਆ ਕਹਿੰਦੇ, ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲ ਜੂਗੀ, ਤੁਸੀਂ ਸੱਚਖੰਡ 'ਚ ਪ੍ਰਵੇਸ਼ ਕਰ ਜੂਗੇ। ਕਹਿੰਦੇ ਜਿਹੜਾ ਬੰਦਾ ਜੀਂਦਾ ਜੀਂਦਾ, ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ, ਬੰਦਾ ਮਰਦਾ ਨਾ ਬੰਦਾ, ਕੋਈ ਬੰਦਾ ਹੀ ਮਰਦਾ, ਤੇ ਮੇਰੇ ਵਰਗਾ ਪਾਠੀ ਉੱਥੇ ਜਾ ਕੇ ਅਰਦਾਸ ਕਿਆ ਕਰਦਾ ਹੁੰਦਾ, ਸੱਚੇ ਪਾਤਸ਼ਾਹ ਮਿਹਰ ਕਰਿਓ, ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਸਾਰੀ ਉਮਰ ਉਹਨੇ ਮੀਟ ਖਾਧਾ, ਸਾਰੀ ਉਮਰ ਸ਼ਰਾਬਾਂ ਪੀਤੀਆਂ, ਪੁੱਠੇ ਕੰਮ ਸਾਰੇ ਕੀਤੇ ਹੈ, ਤੇ ਪਾਠੀ ਕਿਆ ਜਾਂਦਾ ਫਿਰ? ਪਾਠੀ ਕਿਆ ਟਿਕਟ ਫੜਾਉਂਦਾ ਉਹਨੂੰ, ਲੈ ਸੱਚਖੰਡ ਦੀ ਟਿਕਟ ਫੜ ਲੈ ਤੂੰ, ਜਾ ਹੁਣ ਹੋ ਜਾਏਗਾ ਏਦਾਂ। ਜਿਹੜਾ ਬੰਦਾ ਸਾਰੀ ਉਮਰ ਨਹੀਂ ਸਿੱਧੇ ਕੰਮ ਕੀਤੇ, ਪੁੱਠੇ ਕੰਮਾਂ 'ਚ ਰਿਹਾ, ਉਹਨੂੰ ਮਰਨ ਤੋਂ ਬਾਅਦ ਕਰ ਲਓ ਅਰਦਾਸਾਂ, ਹੋ ਜਾਏਗਾ ਪੂਰੀਆਂ? ਨਹੀਂ ਪਏ, ਏਦਾਂ ਨਹੀਂ ਹੋਣਾ ਕੁਛ ਵੀ। ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨਹੀਂ ਮੇਰੇ ਪਾਤਸ਼ਾਹ ਕਹਿੰਦੇ। ਜਿਹੜਾ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਦਾ ਹੈ ਉਹ ਪਖੰਡੀ ਹੈ ਸਿਰੇ ਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਜੀਂਦਿਆਂ ਮੁਕਤ ਹੋ। ਹੁਣ ਮੁਕਤ ਕਾਹਤੋਂ ਹੋਣਾ ਹੈ? ਵਿਕਾਰਾਂ ਤੋਂ ਮੁਕਤ ਹੋਣਾ ਹੈ। ਜਿਹੜੇ ਵਿਕਾਰ ਸਾਨੂੰ ਚਿੰਬੜੇ ਵੇ ਨਾ, ਇਹਨਾਂ ਤੋਂ ਮੁਕਤ ਹੋਣਾ। ਅਸੀਂ ਜੀਂਦਿਆਂ ਮੁਕਤ ਹੋ ਜਾਈਏ। ਜਿੱਦਾਂ ਦੇਖੋ ਨਾ, ਆਪਾਂ ਚੜ੍ਹਾਈ ਚੜ੍ਹਨੀ ਹੋਵੇ, ਸਾਡੇ ਕੋਲ 3-4 ਬੈਗ ਹੋਣ, ਆਪਾਂ ਕੀ ਕਰਦੇ, ਚੜ੍ਹਾਈ ਸਿੱਧੀ ਹੈ, ਆਪਾਂ ਕੀ ਕਰਦੇ ਯਾਰ, ਬੈਗ ਚਾਰ ਇੱਕ ਰੱਖ ਦਿੰਦੇ ਯਾਰ, ਇਕੱਲਾ ਇੱਕ 3 ਲੈ ਕੇ ਚਲੋ, ਫਿਰ ਹੋਰ ਚੜਿਆ ਥੋੜਾ ਜਿਹਾ, ਫਿਰ ਹੋਰ ਸਾਰਾ ਜਿਹਾ ਚੜ੍ਹਨ ਲੱਗ ਪਿਆ, ਫਿਰ ਇੱਕ ਬੈਗ ਹੋਰ ਰੱਖਤਾ। ਕਰਦੇ ਆ ਜਾਤੇ ਨਾਲ ਉਹ ਆਪਾਂ TC ਤੱਕ ਪਹੁੰਚਣਾ ਹੈ, ਉਹ ਤੋਂ ਪਹਿਲਾਂ ਸਾਰੇ ਬੈਗ ਰੱਖਦਾ ਬੰਦਾ ਵੀ ਨਹੀਂ ਹੈ, ਨਹੀਂ ਚੜ੍ਹਦੇ ਯਾਰ, ਮੇਰੇ ਤਾਂ ਮੈਂ ਆਪ ਹੀ ਚੜ੍ਹ ਜਾਵਾਂ, ਚੰਗੀ ਗੱਲ। ਏਦਾਂ ਹੀ ਹੌਲੀ ਹੌਲੀ ਜਿਹੜਾ ਆਹ ਬੇਕਾਰ ਹੈ ਦੁਨੀਆ ਦਾ ਮੋਹ ਹੈ, ਛੱਡਦਾ ਚੱਲੀ। ਮਰਨ ਤੋਂ ਬਾਅਦ ਮੁਕਤੀ ਨਹੀਂ, ਜੀਂਦਿਆਂ ਮੁਕਤ ਹੋਈ ਹੈ ਨਾ। ਜਿਹੜਾ ਬੰਦਾ ਜੀਂਦਾ ਮੁਕਤ ਨਹੀਂ ਹੋਇਆ, ਮਰ ਕੇ ਮੁਕਤ ਹੋ ਜਾਏਗਾ। ਸੋਚ ਕੇ ਦੇਖੋ ਪਿਆਰਿਓ, ਬੰਦਾ ਜੀਂਦਾ ਆਪਣੇ ਬੱਚਿਆਂ ਵਾਸਤੇ, ਆਪਣੇ ਵਾਸਤੇ ਪਿੱਟ ਕੇ ਮਰ ਗਿਆ, ਕਮਾ ਕੇ ਮਰ ਗਿਆ,
ਤੇ ਮਰਨ ਤੋਂ ਬਾਅਦ ਅਸੀਂ ਉਹਦੇ ਨਿਮਿਤ ਕਿਆ ਕਰਦੇ ਜੀ? ਕਦੀ ਚਲੋ ਦੁਨੀਆ ਦੇ ਜਿੰਨੇ ਕਰਮਕਾਂਡ ਕਰਦੇ, ਕੋਈ ਸਹਿਜ ਪਾਠ ਕਰਦਾ, ਕੋਈ ਗਰੜ ਪੁਰਾਣ ਦਾ ਪਾਠ ਕਰਦਾ, ਕੁਛ ਕਰਦਾ, ਕਈ ਦੀਵੇ ਬਾਲਦੇ ਨੇ। ਪਿਓ ਲਓ ਜੀ, ਉਹ ਦੀਵਾ ਬਾਲਤਾ, ਹੁਣ ਇਹਨੂੰ ਗਾਂ ਚਾਨਣ ਹੋ ਜਾਊਗਾ। ਮੈਂ ਕਿਹਾ ਉਹ ਕੁੱਤਾ ਹੀ ਖਾ ਜਾਂਦਾ ਉੱਥੇ ਤੁਹਾਡਾ ਤੇਲ ਜਿਹਾ। ਉਹ ਜਿਹੜਾ ਤੇਲ ਜਿਹਾ ਪਾ ਕੇ ਦੀਵੇ ਜਗਾਉਂਦੇ, ਦੇਖ ਲਓ ਤੁਸੀਂ ਜਗਾ ਕੇ ਜਾਂਦੇ ਆ, ਉਹ ਕੁੱਤਾ ਜਿਹਾ ਜਦ ਜਾਂਦਾ ਜਾ ਕੇ ਉਹ ਦੇਖਦਾ ਬੱਤੀ ਜੇ ਉਹ ਕੱਢ ਕੇ ਛਿੜਕਾ ਪਰਾਂ ਨਿਕਲ ਜਾਂਦਾ। ਉਦੋਂ ਫਿਰ ਹੀ ਰਹੀ ਫਿਰ ਰਹਿ ਗਿਆ। ਕੋਈ ਉਹ ਪਿੰਡ ਜੇ ਛੱਡਦੇ ਆ ਬਣਾ ਕੇ ਆਟੇ ਜਿਹੇ ਦੇ ਵੀ ਉਹਨੂੰ ਮਰੇ ਨੂੰ ਮਿਲੇਗੇ। ਏਦਾਂ ਨਹੀਂ ਕੁਛ ਹੁੰਦਾ। ਵੈਸੇ ਤੁਸੀਂ ਸੋਚ ਕੇ ਦੇਖਿਓ, ਜਿੰਨੇ ਆਪਾਂ ਕਰਮਕਾਂਡ ਕਰਦੇ ਆ, ਉਹ ਕਰਮਕਾਂਡਾਂ ਬਾਰੇ ਸੋਚ ਕੇ ਦੇਖੋ ਵੀ ਜਿਹੜੇ ਅਸੀਂ ਕਰਮਕਾਂਡ ਕਰਦੇ ਆ, ਉਹ ਕਰਮਕਾਂਡ ਸਾਨੂੰ ਫਸਾ ਰਹੇ ਨੇ, ਸਾਨੂੰ ਕਹਾਂ ਨਹੀਂ ਲਿਜਾ ਰਹੇ, ਪਿੱਛੇ ਨੂੰ ਖਿੱਚ ਰਹੇ। ਬੰਦਾ ਮਰ ਗਿਆ, ਸਰੀਰ ਹੱਥੀਂ ਫੂਕਿਆ ਜਾਂ ਦੱਬਿਆ, ਬਾਅਦ ਵਿੱਚੋਂ ਅਸੀਂ ਕਿਆ ਕੀਤਾ? ਪਿੰਡ ਉਹਦੇ ਵਾਸਤੇ ਛੱਡਦੇ ਆ, ਪਿੰਡ ਮਤਲਬ ਉਹ ਬਣਾ ਕੇ ਵੀ ਉਹਨੂੰ ਮਿਲਣਗੇ। ਅਸੀਂ ਤਾਂ ਹੁਣ ਭਰਮਾਂ ਤੋਂ ਮੁਕਤ ਨਹੀਂ ਹੋਏ, ਮਰਨ ਤੋਂ ਬਾਅਦ ਮੁਕਤੀ ਦੀਆਂ ਗੱਲਾਂ ਕਰਦੇ ਆ। ਜਿੰਨੇ ਅੱਜ ਕੱਲ੍ਹ ਪਖੰਡੀ ਸਾਧ ਬਾਬੇ ਬਣੇ ਹੋਏ ਨੇ, ਲੋਕਾਂ ਨੂੰ ਲਾਲਚ ਕਿਆ ਦੇਣਗੇ? ਤੁਹਾਨੂੰ ਸੱਚਖੰਡ ਪਹੁੰਚਾ ਦੇਵਾਂਗੇ, ਤੁਹਾਨੂੰ ਮੁਕਤ ਕਰ ਦੇਵਾਂਗੇ। ਕੀ ਹੋ ਸਕਦਾ? ਹੋ ਸਕਦਾ ਏਦਾਂ ਵੀ ਉਹ ਜੀਂਦਾ ਬੰਦਾ ਵਿਕਾਰਾਂ ਤੋਂ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਮੁਕਤ ਹੋ ਜਾਏਗਾ? ਨਹੀਂ। ਮੇਰੇ ਪਾਤਸ਼ਾਹ ਇਸੇ ਕਰਕੇ ਕਹਿੰਦੇ ਨੇ, ਭਗਤ ਬੈਣੀ ਜੀ ਕਹਿੰਦੇ ਨੇ, ਪਿਆਰਿਓ ਮਰ ਕੇ ਮੁਕਤੀ ਕਿਸੇ ਨੂੰ ਨਹੀਂ ਮਿਲਣੀ, ਜੀਂਦਿਆਂ ਮੁਕਤ ਹੋਵੋ। ਜਿਹੜਾ ਬੰਦਾ ਜੀਂਦਿਆਂ ਵਿਕਾਰਾਂ ਤੋਂ ਮੁਕਤ ਹੋ ਗਿਆ, ਉਹ ਮਰ ਕੇ ਵੀ ਮੁਕਤ ਹੈ। ਜਿਹੜਾ ਜੀਂਦਾ ਮੁਕਤ ਨਹੀਂ ਹੋਇਆ, ਹੁਣ ਏਦਾਂ ਸਮਝ ਲਓ ਵੀ ਇੱਕ ਬੰਦਾ ਉਹ ਹੈ ਜਿਹਨੂੰ ਗਾਲ ਕੱਢਣ ਦੀ ਆਦਤ ਹੈ, ਉਹਨੂੰ ਤੂੰ ਕਹਿ ਤੂੰ ਗਾਲ ਨਾ ਕੱਢਿਆ ਕਰ, ਉਹ ਤੁਹਾਨੂੰ ਕਹੇਗਾ ਨਾ, ਫਿਰ ਵੀ ਗਾਲ ਕੱਢ ਕੇ ਕਹੇਗਾ ਕਿਹੜਾ ਕਹਿੰਦਾ ਮੈਨੂੰ ਵੀ ਮੈਂ ਗਾਲ ਕੱਢਦਾ। ਆਦਤ ਹੈ ਨਾ। ਜੀਂਦਾ ਜੇ ਉਹਨੂੰ ਕਹੋ ਮਰਨ ਤੋਂ ਬਾਅਦ ਇਹਦੀਆਂ ਗਾਲਾਂ ਛੁੱਟ ਜਾਣਗੀਆਂ, ਉਹ ਤਾਂ ਨਾਲ ਹੀ ਜਾਣਗੀਆਂ, ਬਾਅਦ ਦੀਆਂ ਸਜ਼ਾ ਦੇਣੀਆਂ ਨਿਭਣ ਸਿਰਾਂ ਤੇ ਨਾਲ, ਉਹ ਤਾਂ ਨਾਲ ਹੀ ਨਿਭਣੀਆਂ ਭਾਈ। ਇਸ ਕਰਕੇ ਕੋਸ਼ਿਸ਼ ਕਰੀਏ ਜੀਂਦਿਆਂ ਮੁਕਤ ਹੋਈਏ। ਚਲੋ ਕੁਛ ਸ਼ਬਦ ਸ੍ਰੀ ਰਾਗ ਕਿੰਨਾ ਰਹਿ ਗਿਆ? ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਿਹਦਾ ਸ਼ਬਦ ਹੈ ਜੀ? ਉਹੀ ਬੇਣੀ ਜੀ ਦਾ। ਅੱਛਾ ਠੀਕ। ਹਾਂ, ਭਗਤ ਬੈਣੀ ਜੀ ਕਹਿੰਦੇ ਨੇ, ਮਾਲਕਾ ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇ ਤੇਰੇ ਵਿੱਚ ਫਰਕ ਦੱਸ ਕੀ ਹੈ? ਰਵਿਦਾਸ ਜੀ ਦਾ। ਰਵਿਦਾਸ ਜੀ ਕਹਿੰਦੇ, ਰਵਿਦਾਸ ਜੀ ਦਾ ਬਚਨ ਹੈ ਸੱਚੇ ਪਾਤਸ਼ਾਹ ਦਾ। ਉਹ ਕਹਿੰਦੇ ਨੇ, ਮਾਲਕਾ ਇਹ ਦੱਸ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਅੰਤਰ ਕਿਆ? ਕਿਉਂ? ਕੋਈ ਅੰਤਰ ਨਹੀਂ ਹੈ। ਅਸੀਂ ਸਰੀਰ ਨਹੀਂ ਹੈ, ਅਸੀਂ ਕੌਣ ਆ ਜੀ? ਪ੍ਰਮਾਤਮਾ ਦੇ ਅੰਸ਼ ਹਾਂ। ਰੱਬ ਵੱਡਾ ਸਮੁੰਦਰ ਹੈ, ਅਸੀਂ ਉਹਦੇ ਛੋਟੇ ਛੋਟੇ ਕਿਆ ਜੀ? ਕਣ ਹੈ, ਕਿਣਕੀ ਹੈ। ਜਿੱਦਾਂ ਇੱਕ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਉੱਚੀਆਂ ਉੱਚੀਆਂ ਉੱਠਦੀਆਂ ਹੈ ਕਿਆ? ਉਹ ਵੀ ਤਾਂ ਸਮੁੰਦਰ ਦਾ ਰੂਪ ਹੈ। ਤੇ ਸਮੁੰਦਰ ਆਪਣੀ ਜਗ੍ਹਾ ਚੱਲ ਰਿਹਾ, ਤੇ ਲਹਿਰਾਂ ਉੱਠਦੀਆਂ ਫਿਰ ਸਮੁੰਦਰ ਵਿੱਚ ਸਮਾ ਜਾਂਦੀਆਂ। ਇਸੇ ਤਰ੍ਹਾਂ ਮਾਲਕਾ ਤੂੰ ਜੋ ਹੈ ਉਹੀ ਮੈਂ ਆ, ਜੋ ਮੈਂ ਆ ਉਹੀ ਤੂੰ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ। ਹੁਣ ਦੇਖਿਓ, ਜਿਹੜਾ ਸੋਨਾ ਹੈ, ਸੋਨੇ ਦੇ ਗਹਿਣੇ ਬਣਾ ਲਏ, ਇੱਕ ਪਾਸੇ ਸੋਨੇ ਦੇ ਗਹਿਣੇ ਬਣਾ ਕੇ ਰੱਖਤੇ, ਇੱਕ ਪਾਸੇ ਸੋਨਾ ਪਿਆ ਤੇ ਡਲੀ। ਦੱਸੋ ਅੰਤਰ ਹੈ ਉਹ 'ਚ ਕੋਈ? ਸਿਰਫ ਕਿਆ ਅੰਤਰ ਹੈ? ਨਾਮ ਵਿੱਚ ਫਰਕ ਪੈ ਜਾਣਾ। ਆਪਾਂ ਕਹਾਂਗੇ ਆਹ ਸੋਨੇ ਦਾ ਕੜਾ ਪਿਆ, ਆਹ ਸੋਨੇ ਦੀ ਡਲੀ ਪਈ ਹੈ, ਇੰਨਾ ਹੀ ਫਰਕ ਪਏਗਾ। ਰਹੇਗਾ ਤਾਂ ਸੋਨਾ ਹੀ, ਨਾ ਸੋਨਾ ਉਹਦਾ ਬਦਲਣਾ ਹੈ ਕੜੇ ਦਾ, ਨਾ ਡਲੀ ਦਾ ਬਦਲਣਾ, ਰਹਿਣਾ ਦੋਨੇ ਤਰ੍ਹਾਂ ਸੋਨਾ ਹੀ ਹੈ। ਜਿੱਦਾਂ ਤਰੰਗਾਂ ਉੱਠਦੀਆਂ ਨੇ ਨਦੀਆਂ ਵਿੱਚ, ਸਮੁੰਦਰਾਂ ਵਿੱਚ ਲਹਿਰਾਂ ਉੱਠਦੀਆਂ ਨੇ, ਅਸੀਂ ਉਹਦਾ ਨਾਮ ਬਦਲਦੇ ਪਏ, ਲਹਿਰਾਂ ਉੱਠ ਰਹੀਆਂ ਨੇ, ਪਰ ਲਹਿਰਾਂ ਕਾਹਦੀਆਂ ਨੇ? ਪਾਣੀ ਦੀਆਂ, ਸਮੁੰਦਰ ਦੀਆਂ ਲਹਿਰਾਂ ਨੇ ਨਾ। ਉਹਦਾ ਨਾਮ ਵਿੱਚ ਫਰਕ ਪੈ ਜਾਂਦਾ, ਸ਼ੇਪ ਵਿੱਚ ਫਰਕ ਪੈ ਜਾਂਦਾ, ਪਰ ਰਹਿੰਦਾ ਉਹੀ ਹੈ, ਬਦਲਦਾ ਨਹੀਂ। ਜੋ ਪੈ ਹਮ ਨ ਪਾਪ ਕਰੰਤਾ ਇਹ ਅਨੰਤਾ। ਕਹਿੰਦੇ ਹੈ ਮੇਰੇ ਅਨੰਤ ਮਾਲਕਾ, ਜੇ ਅਸੀਂ ਪਾਪ ਕਰਨ ਵਾਲੇ ਨਾ ਹੁੰਦੇ, ਜੇ ਅਸੀਂ ਪਾਪ ਹੀ ਨਾ ਕਰਦੇ, ਫਿਰ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ। ਕਹਿੰਦੇ ਫਿਰ ਤੈਨੂੰ ਪਾਪੀਆਂ ਨੂੰ ਤਾਰਨ ਵਾਲਾ ਕਿਹਨੇ ਕਹਿਣਾ ਤਾ? ਪਾਪੀਆਂ ਨੂੰ ਪਵਿੱਤਰ ਕਰਨ ਵਾਲਾ
ਤੈਨੂੰ ਕਿਹਨੇ ਕਹਿਣਾ ਤਾਂ ਜੇ ਅਸੀਂ ਪਾਪ ਹੀ ਨਾ ਕਰਦੇ ਮਾਲਕਾ। ਤੁਮ ਜੋ ਨਾਇਕ ਆਛੋ ਅੰਤਰਜਾਮੀ। ਕਹਿੰਦੇ ਮਾਲਕਾ ਤੂੰ ਸਾਡਾ ਖਸਮ ਹੈ, ਨਾਇਕ ਹੈ, ਤੂੰ ਸਾਡੇ ਦਿਲਾਂ ਦੀਆਂ ਜਾਣਦਾ, ਬਾਹਰਲਾ ਨਹੀਂ, ਤੂੰ ਅੰਦਰ ਦੀਆਂ ਜਾਣਦਾ। ਆਪਾਂ ਰੋਜ਼ ਹੀ ਪੜ੍ਹਦੇ ਆ ਨਾ ਕੀਰਤਨ ਸੋਹਲੇ ਦੇ ਵਿੱਚ ਕਿ ਅੰਤਰ, ਤੂੰ ਅੰਤਰ ਦੀ ਜਾਣਦਾ ਹੈ, ਬਾਹਰ ਦੀ ਥੋੜੀ, ਸਾਡਾ ਸਰੀਰ ਥੋੜੀ ਦਿਖਦਾ ਤੂੰ। ਹਾਂਜੀ। ਪ੍ਰਭ ਤੇ ਜਨ ਜਾਨੀਐ ਜਨ ਤੇ ਸੁਆਮੀ। ਹੁਣ ਦੇਖਿਓ ਜਿਹੜਾ ਗੁਰਮੁਖ ਹੈ ਨਾ, ਉਹਨਾਂ ਤੋਂ ਪ੍ਰਮਾਤਮਾ ਦੀ ਸੋਝੀ ਮਿਲਦੀ ਹੈ ਤੇ ਪ੍ਰਮਾਤਮਾ ਤੋਂ ਗੁਰਮੁਖਾਂ ਦੀ ਸੇਧ ਮਿਲਦੀ ਹੈ, ਸੋਝੀ ਮਿਲਦੀ ਹੈ। ਇੱਕ ਦੂਜੇ ਵਿੱਚ ਓਤ ਪਰੋਤੀ ਹੈ। ਭਗਤ ਰੱਬ ਦੇ ਤੇ ਰੱਬ ਭਗਤਾਂ ਦਾ। ਸ਼ਰੀਰ ਅਰਾਧੈ ਮੋਹ ਕੋ ਵਿਚਾਰ ਦੇਹੋ। ਪੜੀ ਦੁਬਾਰੇ। ਸਰੀਰ ਅਰਾਧੈ ਮੋਹ ਕੋ ਵਿਚਾਰ ਦੇਹੂ। ਪੂਰੇ ਪੜਦੇ। ਰਵਿਦਾਸ ਸਮਦਲ ਸਮਝਾਵੇ ਕੋ। ਕਹਿੰਦੇ ਕੋਈ ਮੈਨੂੰ ਆ ਸਰੀਰ ਦੇ ਮੋਹ ਤੋਂ ਉੱਪਰ ਚੱਕਿਆ, ਮੈਨੂੰ ਸਰੀਰ ਦਾ ਮਾਨ ਹੈ ਨਾ, ਥੋੜਾ ਜਿਹਾ ਸਰੀਰ 'ਚ ਫਸਿਆ ਪਿਆ ਮੈਂ। ਸਰੀਰ ਤਾਂ ਮੈਨੂੰ ਐ ਚਾਹਦਾ, ਜਿੱਦਾਂ ਮੰਨ ਲਓ ਆਹ ਬੰਦਾ ਸਾਡੇ ਕੋਲ ਬੈਠਾ, ਜੇ ਇਹਨੂੰ ਪੁੱਛੇ ਕੌਣ ਹੈ ਤੂੰ, ਇਹ ਆਪਣਾ ਨਾਮ ਦੱਸੇਗਾ, ਮੈਂ ਕੱਚੀ ਸਿੰਘ ਫਲਾਣੇ ਦਾ ਮੁੰਡਾ ਫਲਾਣਾ ਫਲਾਣਾ ਦੱਸੇਗਾ। ਪਰ ਨਹੀਂ ਪਿਆਰਿਓ, ਇਹ ਤਾਂ ਦੁਨੀਆ ਵਾਲਿਆਂ ਨੇ ਨਾਂ ਦਿੱਤਾ ਹੈ, ਇਹ ਤਾਂ ਦੁਨੀਆ ਦਾ ਰੱਖਿਆ ਨਾਂ ਹੈ। ਉੱਦਾਂ ਨਾਂ ਇਹਦਾ ਕੋਈ ਨਹੀਂ ਹੈ, ਇਹ ਅਨਾਮੀ ਹੈ, ਇਹਦਾ ਨਾਮ ਕੋਈ ਨਹੀਂ ਹੈ। ਇਹ 5 ਫੁੱਟ ਦਾ ਸਰੀਰ ਨਹੀਂ ਹੈ। ਦੇਖਣ ਨੂੰ ਲੱਗਦਾ ਵੀ ਇਹ 4-5 ਫੁੱਟ ਦਾ ਸਰੀਰ ਹੈ ਤਾਂ ਫਲਾਣਾ ਹੈ, ਨਹੀਂ। ਇਹ ਦੁਨੀਆ ਨੇ ਨਾਂ ਰੱਖਤਾ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ, ਸਮੁੰਦਰ ਵਿੱਚੋਂ ਲਹਿਰ ਉੱਠੀ, ਅਸੀਂ ਉਹਦਾ ਨਾਂ ਰੱਖਤਾ ਲਹਿਰ ਹੈ ਤਾਂ ਸਮੁੰਦਰ ਦਾ ਹੀ ਰੂਪ ਹੈ ਨਾ। ਇਸੇ ਤਰ੍ਹਾਂ ਅਸੀਂ ਪ੍ਰਮਾਤਮਾ ਦੇ ਸਾਰੇ ਰੂਪ ਹਾਂ। ਸਾਡੇ ਵਿੱਚ ਅੰਤਰ ਔਰ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ, ਇੱਕੋ ਹੀ ਰੂਪ ਹੈ। ਹਾਂ, ਸਰੀਰਾਂ ਕਰਕੇ ਅਸੀਂ ਅਲੱਗ ਹੋਏ ਫਿਰਦੇ ਹਾਂ, ਆਪਣੀ ਹਸਤੀ ਅਲੱਗ ਬਣਾ ਕੇ ਅਸੀਂ ਰੱਬ ਤੋਂ ਅੱਡ ਹੋ ਗਏ। ਜਿੱਦਾਂ ਹੁਣ ਪੇ ਹੈ, ਉਹਦੇ ਗਾਂ 2 ਮੁੰਡੇ ਹੈ, 4 ਮੁੰਡੇ ਹੈ, ਜਾਂ ਜਿਹੜੇ ਪੁੱਤ ਨੇ ਉਹ ਪੇ ਦਾ ਹੀ ਰੂਪ ਨੇ, ਪਰ ਆਪਣੀਆਂ ਅੱਡਰੀਆਂ ਕੋਠੀਆਂ ਬਣਾ ਕੇ ਬਹਿ ਗਏ। ਉਹ ਕਹਿੰਦਾ ਬਾਪੂ ਮੇਰੀ ਕੋਠੀ ਨਹੀਂ ਤੂੰ ਆਉਣਾ, ਤੂੰ ਮੇਰੀ 'ਚ ਨਹੀਂ ਆਉਣਾ, ਚਾਰੇ ਬਹਿ ਗਏ ਅਲੱਗ ਅਲੱਗ ਬਣਾ ਕੇ। ਹੁਣ ਆਪਾਂ ਕੀ ਕਵਾਂਗੇ ਵੀ 4 ਪਹਿਲਾਂ ਮੰਨ ਲਓ ਫਲਾਣਾ ਸਿੰਘ ਤਾਂ ਇਹਦੇ 4 ਫਲਾਣੇ ਸਿੰਘ ਬਣ ਗਏ? ਨਹੀਂ, ਉਹ ਆਪਣੀ ਅੱਡਰੀ ਹਸਤੀ ਬਣਾ ਲਈ, ਪਰ ਉਹਨਾਂ ਚੌਹਾਂ ਵਿੱਚ ਖੂਨ ਤਾਂ ਇੱਕ ਦੀ ਸਰਕੂਲੇਸ਼ਨ ਕਰਦਾ ਹੈ। ਠੀਕ ਹੈ ਨਹੀਂ, ਅਸੀਂ ਅੱਡ ਹੋ ਗਏ ਪਰ ਮਾਲਕ ਅੱਡ ਨਹੀਂ ਹੋਇਆ। ਆਪਾਂ ਜਿੱਦਾਂ ਦੇਖੋ ਨਾ, ਮੰਨ ਲਓ ਬਾਬਾ ਜੀ ਦੇ 2 ਪੁੱਤ ਹੈ, ਹੁਣ ਉਹ ਦੋਏ, ਇੱਕ ਇੱਧਰ ਰਹਿ ਗਿਆ, ਇੱਕ ਉੱਧਰ ਰਹਿੰਦਾ ਹੈ, ਪਰ ਦੋਨਾਂ ਦਾ ਨਾਂ ਜਦ ਨਾਮ ਬੋਲਦੇ ਤੇ ਨਾਂ ਤਾਂ ਬਾਬੇ ਦਾ ਹੀ ਵੱਜਦਾ ਦੋਨਾਂ ਪਿੱਛੇ ਹੈ, ਫਲਾਣੇ ਦੇ ਮੁੰਡੇ ਹੈ। ਸਮਝ ਗਏ ਕਿ ਨਹੀਂ? ਇਸੇ ਤਰ੍ਹਾਂ ਪ੍ਰਮਾਤਮਾ ਸਾਡਾ ਪਿਓ ਹੈ, ਪ੍ਰਮਾਤਮਾ ਸਾਡਾ ਸਭ ਕੁਛ ਹੈ। ਅਸੀਂ ਜੋ ਮਰਜ਼ੀ ਕਰ ਲਈ, ਆਖਰ ਸਮਝ ਤਾਂ ਉੱਥੇ ਆਣੀ ਨਾ ਸਾਨੂੰ ਵੀ ਰੱਬ ਦਾ ਹੀ ਇਹ ਸਾਰਾ ਕੁਛ। ਆਪਾਂ ਲਾਸਟ 'ਚ ਇਹੀ ਕਹਿ ਦਿੰਦੇ ਫਿਰ ਰੱਬ ਦਾ ਹੀ ਇਹ ਸਾਰਾ ਕੁਛ, ਇਹ ਸਮਝੀਏ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਆਸ ਅਨੰਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ। ਆਸ ਅਨੰਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ। ਆਪ ਛੋੜ ਬੇਨਤੀ ਕਰੋ
ਅਗਨ ਸਾਗਰ ਤਰੋ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਲਾ ਗੌੜੀ ਜੀ ਕੀ ਮਹਲਾ ਪਹਿਲਾ।